ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਪਟ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। वाहिगुरु जी का खालसा वाहिगुरु जी की फतेह जी। इस बार इसकी गड्डी से आ रहे हैं और मेरे नाल एक है कि जहांगीर भाई और उमर भाई वो हमारे अपने साथी बने हुए हैं। उन दोनों को मेरी तरफ से नमस्कार, सत श्री अकाल, आदाब। उन दोनों को मेरी तरफ से सत श्री अकाल। सत श्री अकाल जी। देखो जी आपको भाई साहब कनेडा से भाई साहब सरदार दरबार सिंह साहब आपको प्रैक्टिकल बना रहे जी जहांगीर भाई जी। आपको वहां से प्रैक्टिकल बुला रहे हैं कनाडा से। जी 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 प्रैक्टिकल बोल रहे जी, आपको प्रैक्टिकल बोल रहे। नमस्कार, सत श्री अकाल। और मैं ऐसे वो जो जो 40 हमारे जवान मारे गए थे पुलवामा में उसमें से गुजर रहे हैं। मेरे को जहांगीर भाई बता रहे थे जहाँ पुलवामा का जो अटैक हुआ जहाँ हो तो वहाँ बड़ी गिनती आर्मी लगी हुई है जी। 905 में बोल रहा हिंदी से जी थोड़ा समझ आए बड़े जो बात। हाँ चलो आज रलवा मिलवा कर लांगे, खिचड़ी बना लेने हिंदी भी बोला गया। अच्छा चलो गल तो संगरूर तो शुरू करनी पैनी है ना। ਤੁਸੀਂ ਕਸ਼ਮੀਰ ਚੋਂ ਪੁਲਵਾਮਾ ਜਿੱਥੇ ਇਹ ਕਾਂਡ ਹੋਇਆ ਸੀ ਉਹਨਾਂ ਸ਼ਹੀਦਾਂ ਨੂੰ ਸਜਦਾ ਕਰਦੇ ਆ। ਦੇਸ਼ ਦੀ ਮਤਲਬ ਉਹ ਇੱਕ ਅਜਿਹੀ ਮਤਲਬ ਕੁਰਬਾਨੀ ਹੁੰਦੀ ਹੈ ਦੇਸ਼ ਦੀ ਖਾਤਰ ਜਦੋਂ ਪਤਾ ਨਹੀਂ ਅਸੀਂ ਘਰਾਂ 'ਚ ਬੈਠੇ ਹੁੰਦੇ ਆ। ਸਾਡੇ ਵਾਸਤੇ ਚਾਹੇ ਕਿਸੇ ਵੀ ਕੰਟਰੀ ਦੀ ਚਾਹੇ ਉਸੇ ਪਾਸਲਾਰ ਨੇ ਜਿਨ੍ਹਾਂ ਦਾ ਅੱਜ ਕੱਲ੍ਹ ਚਰਚਾ ਚੱਲੀ ਹੋਈ ਹੈ ਹਾਂਜੀ ਅਗਨੀਪਥ, ਪਰ ਪਤਾ ਨਹੀਂ ਕਿਹੜੇ ਵੇਲੇ ਅਗਨੀਪਥ ਤੋਂ ਇਹ ਤਾਂ ਹੁਣ ਅਗਜਨੀਪਥ ਹੋ ਗਿਆ। ਦੇਸ਼ ਦੇ ਵਿੱਚ ਪੂਰੇ ਲਾਂਬੂ ਲੱਗੇ ਹੋਏ ਨੇ ਇਸ ਨੂੰ ਲੈ ਕੇ। ਪਰ ਸੰਗਰੂਰ ਦੀ ਚੋਣ ਨੂੰ ਲੈ ਕੇ ਬਾਬਾ ਜਿਹੜੇ ਨੇ ਉਹ ਗੁਰਮੀਤ ਰਾਮ ਰਹੀਮ ਦੂਜੀ ਵਾਰ 1 ਮਹੀਨੇ ਦੀ ਪੈਰੋਲ ਮਿਲਦੀਆਂ ਖਬਰਾਂ ਨੇ। ਇਸ ਰਿਹਾਣੇ ਵਿੱਚ ਨਹੀਂ ਸਗੋਂ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਬਰਨਾਲਾ ਫਾਰਮ ਦੇ ਵਿੱਚ ਰਹਿਣਗੇ। ਇੰਨੀਆਂ ਮੌਜਾਂ ਬਈ। देखिए यही संगरूर की चोन के नाला पर देखिए भी राम रहीम परवल मिली है। दूसरी बड़ी पैरोल मिल चुकी, दूसरी बड़ी पैरोल मिलनी बड़ी बड़ी गल है। तो जेडे 30 साल 32 साल तो जिला से बनता उन्होंने पैरोल मिली। सब तो बड़ी ये गल देखो ਇਹਨਾਂ ਨੂੰ 25/10/2017 ਨੂੰ ਬਕਾਇਦਾ ਤੌਰ ਤੇ 2 ਸਾਥੀਆਂ ਦਾ ਬਲਾਤਕਾਰ ਕਰਦੇ ਕੇਂਦਰ ਸ਼ਾਸਨ ਦਾ ਉਹਦੇ ਵਿੱਚੋਂ ਸਿਰਫ ਅਜੇ ਤੱਕ ਦਾ ਬੇਟਾ 5 ਸਾਲ ਦੀ ਡਿਗਰੀ ਕੀਤੀ ਇਹਨਾਂ ਨੂੰ ਪ੍ਰੋਬਲਮ ਜੀ। ਦੂਸਰਾ ਰਾਮਚੰਦਰ ਛਤਰਪਤੀ ਦਾ 75 ਦੀ ਇਹਦਾ ਮਰਡਰ ਕੀਤਾ ਜੀ। ਤੀਸਰਾ ਮੈਜਰ ਰਣਜੀਤ ਸਿੰਘ ਦਾ ਮਰਡਰ ਕੀਤਾ ਸੀਗਾ। ਭੱਟੀ ਸਾਹਿਬ ਆਪਣਾ ਮਾਊਥ ਪੀਸ ਥੋੜਾ ਜਿਹਾ ਲਾਗੇ ਕਰ ਲੋ, ਆਪਣੇ ਚਿਹਰੇ ਦੇ ਲਾਗੇ ਕਰ ਲੋ ਤਾਂ ਕਿ ਤੁਹਾਡੀ ਆਵਾਜ਼ ਸਾਨੂੰ ਕਲੀਅਰ ਸੁਣ ਸਕੇ। ਠੀਕ ਹੈ ਜੀ। ਹਾਂ ਹੁਣ ਠੀਕ ਰਹੇਗੀ। ਥੋੜੀ ਜਿਹੀ ਹੋਰ ਲਾਗੇ ਕਰ ਲੋ ਕਿਉਂਕਿ ਤੁਹਾਡੇ ਪਿੱਛੇ ਜਿਹੜੇ ਤੁਹਾਡੇ ਨਾਲ ਸਾਥੀ ਨੇ ਜੇ ਉਹ ਥੋੜਾ ਜਿਹਾ ਸਾਇਲੈਂਟ ਹੋ ਸਕਦੇ ਨੇ, ਸ਼ਾਂਤੀ ਬਣਾ ਸਕਦੇ ਨੇ ਤੇ ਵਧੀਆ ਗੱਲ ਹੈ ਕਿਉਂਕਿ ਤੁਹਾਡੀ ਹਾਂ ਹੁਣ ਠੀਕ ਹੈ, ਮਨ ਠੀਕ ਹੈ ਜੀ। ਅੱਛਾ ਦੇਖੋ ਇਸ ਵਿਅਕਤੀ ਨੂੰ ਸਿਰਫ ਵੋਟਾਂ ਦੀ ਖਾਤਰ ਪਹਿਲਾਂ 2022 ਦੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਵੋਟਾਂ ਬਣੀਆਂ ਤੇ ਪ੍ਰੋਬਲਮ ਮਿਲੀ ਔਰ ਦੂਸਰੀ ਪ੍ਰੋਬਲਮ ਉਹਨਾਂ ਨੂੰ ਹੁਣ 22 ਇਲੈਕਸ਼ਨ ਤੋਂ ਪਹਿਲਾਂ ਮਿਲੀ ਜੀ। ਜੇ ਉਹਨਾਂ ਨੂੰ ਪ੍ਰੋਬਲਮ ਮਿਲਦੀ ਹੈ ਕਿ ਫਿਰ ਬੰਦੀ ਸਿੱਧਾ ਨੂੰ ਪ੍ਰੋਬਲਮ ਕਿਉਂ ਨਹੀਂ? ਸਵਾਲ ਤਾਂ ਇਹ ਨਾ ਬਿਲਕੁਲ ਜ਼ਿਆਦਤੀ ਹੈ ਕਿ ਇੱਕ ਦੇਸ਼ ਦੇ 2 ਕਾਨੂੰਨ ਕਿਉਂ? ਜਿਹਨੂੰ ਇਹਨੂੰ ਗ੍ਰਿਫਤਾਰ ਕੀਤਾ ਉੱਥੇ ਕੀ ਕੁਝ ਨਹੀਂ ਹੋਇਆ, ਕਿੰਨੀ ਸੰਪਤੀ ਉਜੜੀ, ਕਿੰਨਾ ਕੁਝ ਉੱਥੇ ਹੋਇਆ, ਕਿੰਨਾ ਕੁਝ ਦੇਸ਼ ਦੇ ਖਿਲਾਫ ਹੋਇਆ, ਦੇਸ਼ ਧਰੋਹ ਹੋਇਆ, ਉੱਥੇ ਗਦਰ ਹੋਇਆ। ਉੱਥੇ ਇਹਨੂੰ ਗ੍ਰਿਫਤਾਰ ਕਰਨ ਵੇਲੇ ਜੋ ਕੁਝ ਹੜਕੰਮ ਮਚਿਆ, ਕਿੰਨੀ ਅਗਜਨੀ ਕਾਂਡ ਉੱਥੇ ਹੋਏ, ਇਹ ਹੋ ਗਿਆ ਦੁੱਧ ਧੋਤਾ। ਤੇ ਜਿਹੜੇ ਦੇਸ਼ ਦੇ ਉਸ ਵਕਤ ਲੀਡਰਾਂ ਵੱਲੋਂ ਗੁੰਮਰਾਹ ਕੀਤੇ ਹੋਏ ਨੌਜਵਾਨ ਉਹਨਾਂ ਨੇ ਕੋਈ ਕੰਮ ਕੀਤੇ ਨੇ, ਸਜ਼ਾ ਭੁਗਤ ਚੁੱਕੇ ਨੇ, ਉਹ ਅੰਦਰ ਨੇ। ਤੇ ਫਿਰ ਜਦੋਂ ਕੋਈ ਉਹਨਾਂ ਦੀ ਖਾਤਰ ਇੱਕ ਗੱਲ ਕਰਦਾ ਹੈ, ਖੜਦਾ ਹੈ, ਤੇ ਫਿਰ ਉਹਨੂੰ ਗਦਾਰ, ਉਹਨੂੰ ਦੇਸ਼ ਧਰੋਹ, ਉਹਦੇ ਠੱਪੇ ਯਾਰ ਸੋਚ ਨੂੰ ਤਾਂ ਸੁਤੰਤਰ ਕਰੋ ਕਿ ਆ ਬਲਾਤਕਾਰ ਸਾਧ ਸ਼ਰੇਆਮ
ਮਤਲਬ ਦੂਜੀ ਵਾਰੀ ਲੈ ਗਿਆ ਚੋਣਾਂ ਦੀ ਖਾਤਰ ਕਿ ਤੁਸੀਂ ਸਮਝਦੇ ਨਹੀਂ, ਇਨਸਾਨੀਅਤ ਨੂੰ ਪਿਆਰ ਕਰਨ ਵਾਲਿਓ ਥੋੜਾ ਜਿਹਾ ਤਾਂ ਸਮਝ ਲਓ। ਜੇ ਦੇਸ਼ ਨੂੰ ਪਿਆਰ ਕਰਦੇ ਹੋ ਤਾਂ ਇਹ ਕਿਸੇ ਦੀ ਧੀ ਭੈਣ ਨੂੰ ਵੀ ਹੱਥ ਪਾ ਸਕਦਾ ਜਿਹੜਾ ਬਲਾਤਕਾਰ ਦੇ ਕੇਸ ਦੇ ਵਿੱਚ ਅੰਦਰ ਆ, ਤੇ ਉਹਨੂੰ ਜ਼ਮਾਨਤ ਬਾਰ-ਬਾਰ ਕਿਉਂ ਮਿਲਦੀ ਹੈ? ਸਿਰਫ ਵੋਟਾਂ ਦੀ ਖਾਤਰ। ਇਹਦਾ ਮਤਲਬ ਯੋਰਾਵਰਾਂ ਦਾ 37-20 ਹਨਾ। ਬਿਲਕੁਲ ਠੀਕ ਸੀ। ਤੇ ਫਿਰ ਇਹੋ ਜਿਹੇ ਸਾਧ ਕਿਉਂ ਨਾ ਪਣਪਣਗੇ, ਕਿਉਂ ਨਾ ਥਾਂ ਥਾਂ ਤੇ ਖੜੇ ਹੋਣਗੇ, ਹੋਰ ਹੋਣਗੇ ਕਿ ਰਾਜਨੀਤੀ ਨਾ ਬਣਾ ਕੇ ਰੱਖੋ, ਰਾਜਨੀਤਿਕ ਲੋਕਾਂ ਨਾਲ ਬਣਾ ਕੇ ਰੱਖੋ ਤੇ ਜੋ ਮਰਜ਼ੀ ਕਰੀ ਚੱਲੋ, ਜੋ ਮਰਜ਼ੀ ਕਰੀ ਚੱਲੋ। ਬਿਲਕੁਲ ਤੇ ਉਹ ਧੀ ਤੁਹਾਡੀ ਵੀ ਹੋ ਸਕਦੀ ਹੈ ਕਿਸੇ ਦੀ, ਤੇ ਕਿਸੇ ਹੋਰ ਦੀ ਵੀ ਹੋ ਸਕਦੀ ਹੈ। ਜੀ ਭਗਵੰਤ ਮਾਨ ਨੇ ਅੱਗੇ ਕੀ ਕਹਿੰਦੇ ਜੀ, ਅੱਗੇ ਉਹ ਕਹਿ ਰਹੇ ਨਾ, ਉਹਨਾਂ ਨੇ ਕੱਲ ਬਕਾਇਦਾ ਤੌਰ ਤੇ ਪਿੱਛੇ ਇੱਕ ਬੜਾ ਸੋਹਣਾ ਵਧੀਆ ਪਰਦਾ ਲੱਗਾ ਸੀ ਲਾਲ ਰੰਗ ਦਾ, ਉਹਦੇ ਅੱਗੇ ਨਾਲ ਜਿਹੜੀ ਸੀ ਉਹ ਮੈਟਿੰਗ ਕੀਤੀ ਸੀਗੀ ਰੈਡ ਕਲਰ ਕਾਰਪੇਟ, ਉਹਦੇ ਉੱਪਰ ਖੜੇ ਨੇ ਗੁਰਮੀਤ ਰਾਮ ਹਿਊਰੀ ਤੇ ਸਿਰ ਦੇ ਉੱਤੇ ਛੱਤ ਚਲਾਇਆ ਉਹ ਜੋ ਰਾਜੇ ਮਰੇ ਚੱਲਦਾ ਬਕਾਇਦਾ ਤੌਰ ਤੇ ਜਿਹੜੀ ਉਹ ਜਿਹੜਾ ਦੇ ਸੂਟ ਪਾਇਆ, ਬੜਾ ਵਧੀਆ ਲਿਸ਼ਕਵਾ ਸੂਟ ਪਾਇਆ ਵਾ, ਸਿਰ ਤੇ ਲਾਲ ਟੋਪੀ ਆ। ਇਹ ਸਾਡੇ ਸਿੰਘ ਕਹਿੰਦੇ ਵੀ ਅਸੀਂ ਅੰਮ੍ਰਿਤ ਛਕਣਾ ਜੇਲ੍ਹ ਦੇ ਵਿੱਚ, ਤੇ ਉਹਨਾਂ ਨੂੰ ਅੰਮ੍ਰਿਤ ਛਕਾਉਣ ਤੋਂ ਆਨਾਕਾਨੀ ਕੀਤੀ ਜਾਂਦੀ ਹੈ, ਤੇ ਜਿਹਨਾਂ ਨੂੰ ਜੇਲ੍ਹ ਦੇ ਵਿੱਚ ਦਾੜੀ ਕਾਲੀ ਕਰਨਾ, ਇਹ ਕਾਲੀ ਕਰਨਾ ਲੱਗਦਾ ਦਿੱਤਾ ਪੂਰੀ ਰਾਜਾ ਪ੍ਰਕਾਸ਼ ਕੀਤਾ ਇਹ ਕਾਲਾ ਸ਼ਾਹ, ਤੇ ਸਿਰ ਤੇ ਛੱਤਰ ਚਲਾ ਕੇ ਬੋਲ ਕੀ ਰਹੇ ਨੇ, ਉਹ ਤਾਂ ਦੱਸਣ ਲੱਗੇ ਕੀ ਬੋਲਿਆ ਉਹਨਾਂ ਨੇ। वो संबोधन करके कहते हम यूपी से बोल रहे हैं, तो भगवान खुशियां दे। हम आपकी सेवा में सामने खड़े हैं, हमने आपको 10 चिट्ठियां दे दी, आपने चिट्ठियां पढ़ी सुनी के हर बात हमें विराग भी आया होगा। अगे लिखते अब हमारा वचन मांगे, अपने अपने घर रहे, सिमरन करते रहे, कोई भाग दौड़ नहीं करनी, ये आपको हाथ जोड़ के विनती है। आशीर्वाद भी है, वचन भी है, और साईं जी से भी आपको साथ आता मस्तान जी ने आप सबके लिए खुशियां मांगते हैं, आप सबको बहुत बहुत आशीर्वाद कहते हैं, भगवान आपको खुशियां दे। वचन मानना और प्रशासन का साथ देना, जैसे वो चाहते हैं वैसे ही करना। पहले भी आपने साथ दिया था जब घोड़ेमानपुर गांव में आए थे, एक भी बंदा नहीं आया था, जिस तरह ने अब भी मानना बात बड़ी कही उन्होंने। आपके पास एडम ब्लॉक के सेवादार आएंगे, जहाँ वो सेवादारों को भेजेंगे, पूरा अमल करना, बहुत बहुत आशीर्वाद। एडम ब्लॉक की बात आप समझ गए, कहने क्या क्या भाव है कि एडम ब्लॉक से जो तुम्हारे सेवादार वो ਤੁਹਾਡੇ ਕੋਲੋਂ के दर्शन गए कि वोट कितने पानी है। बस ਇਹ ਆ ਰਾਜਨੀਤੀ। ਇਹ ਜੇਲ੍ਹ ਦੇ ਵਿੱਚੋਂ ਇਹਨੂੰ ਵੀ ਕਿਡਨੈਪ ਕਰ ਲਿਆ ਕਿਸਮ ਦਾ। ਜੀ ਇਹ ਜ਼ਮਾਨਤ ਤੇ ਨਹੀਂ, ਇਹ ਕਿਡਨੈਪ ਹੋ ਗਿਆ ਜੇਲ੍ਹ ਦੇ ਵਿੱਚੋਂ, ਤੇ ਇਹਨੂੰ ਥੋੜ੍ਹੀਆਂ ਰੰਗੀਨੀਆਂ ਦਿਖਾਈਆਂ ਜਾ ਰਹੀਆਂ, ਤੇ ਆਪਣੀਆਂ ਜਿਹੜੀਆਂ ਨੇ ਮਨਸ਼ਾ ਵੋਟ ਦੀ ਖਾਤਰ ਪੂਰੀਆਂ ਕੀਤੀਆਂ ਜਾ ਰਹੀਆਂ ਨੇ। ਖੈਰ ਚਲੋ, ਦੁਨੀਆ ਸਮਝਦਾਰ ਹੋ ਗਈ ਹੈ, ਪਰ ਫਿਰ ਵੀ ਅੰਧ ਭਗਤ ਰਹਿਣਗੇ ਕਿ ਕਾਨੂੰਨ ਨੂੰ ਮੰਨਣ ਵਾਲੇ, ਉਸ ਦੇਸ਼ ਦੇ ਵਿੱਚ ਰਹਿਣ ਵਾਲੇ, ਉਸ ਦੇਸ਼ ਦੇ ਹੀ ਕਾਨੂੰਨ ਨੂੰ ਮੰਨ ਕੇ ਜਿਹੜਾ ਹੈ ਇਸ ਨੂੰ ਜਿਹੜੀ ਹੈ ਉਹ ਸਜ਼ਾ ਹੋਈ ਹੈ, ਤੇ ਫਿਰ ਵੀ ਉਹਨੂੰ ਆਪਣਾ ਮਤਲਬ ਸਾਰਾ ਕੁਝ ਅਰਪਣ ਕਰਨ ਵਾਸਤੇ ਤਿਆਰ ਨਹੀਂ, ਤਾਂ ਫਿਰ ਵੀ ਉਹਦੇ ਜਾਂ ਤਾਂ ਕੁਛ ਹੈ ਤੇ ਜਾਂ ਫਿਰ ਸਾਡੇ 'ਚ ਕਮੀ ਹੈ ਕਿਤੇ। ਭਗਵੰਤ ਮਾਨ ਨੇ ਪਾਈ ਨਵੀਂ ਲੀਲਾ। ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਆ, ਆਪਾਂ ਤੇ ਪੈਸੇ ਦਿੰਦੇ ਸੀ ਉੱਥੇ ਸਵਿਟਜ਼ਰਲੈਂਡ ਦੇ ਬੈਂਕਾਂ ਦੇ ਵਿੱਚ ਹੈ, ਪਰ ਸਪੇਨ ਦਾ ਸਮਗਲਰ ਹੈ। ਅਸੀਂ ਤੇ ਸੁਣਦੇ ਆਏ ਸੀ ਕਿ ਜਿੰਨਾ ਪੈਸਾ ਸਵਿਟਜ਼ਰਲੈਂਡ ਦੇ ਖਾਤਿਆਂ ਦੇ ਵਿੱਚ ਆ, ਜਿਹੜਾ 15 ਲੱਖ ਮਤਲਬ ਭਾਰਤੀਆਂ ਨੂੰ ਮਿਲਣਾ ਸੀਗਾ, ਤੇ ਬਾਅਦ 'ਚ ਜੁਮਲੇ ਤੇ ਜੁਮਲਾ ਹੋ ਗਿਆ, ਉਹਦਾ ਜੁਮਲਾ ਸੀ। ਪਰ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਸਪੇਨ ਦਾ ਸਮਗਲਰ ਦੱਸਿਆ ਭਗਵੰਤ ਮਾਨ ਨੇ। ਕੈਨੇਡਾ ਅਮਰੀਕਾ ਤੇ ਛੱਡ ਦਿੱਤੇ, ਹੁਣ ਨਿਊਜ਼ੀਲੈਂਡ ਵੀ ਛੱਡ ਦਿੱਤਾ, ਆਸਟ੍ਰੇਲੀਆ ਵੀ, ਆ ਸਪੇਨ ਨਵੀਂ ਛੱਪ ਕੱਢ ਦਿੱਤਾ। ਕੀ ਕਹਿਣਾ ਚਾਹੋਗੇ? ਦੇਖੋ ਜੀ,
ਭਗਵੰਤ ਮਾਨ ਹੋਰਾਂ ਨੇ ਬਕਾਇਦਾ ਤੌਰ ਤੇ ਇਹ ਕਿਹਾ ਕਿ ਜਿਹੜੇ ਇੱਥੋਂ ਭਾਜਪਾ ਦੇ ਉਮੀਦਵਾਰ ਆ, ਪਹਿਲਾਂ ਕਾਂਗਰਸ ਦੇ ਉਮੀਦਵਾਰ ਹੁੰਦੇ ਸੀਗੇ, ਤਾਂ ਉਮੀਦਵਾਰਾਂ ਦੀ ਇੱਕ ਦਿੱਲੀ ਕੋਠੀ ਲਿਖੀ, ਉਹਨਾਂ ਆਪਣੀ ਇੱਕ ਲਿਖੀ ਚੰਡੀਗੜ੍ਹ, ਇੱਕ ਲਿਖੀ ਹੈ ਸੰਗਰੂਰ, ਤੇ 2 ਕੋਠੀਆਂ ਉਹਨਾਂ ਆਪ ਲਿਖਿਆ ਵੀ ਮੇਰੇ 2 ਬੰਗਲੇ ਸਪੇਨ ਦੇ ਵਿੱਚ ਨੇ। ਤੇ ਸਪੇਨ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਸਮਗਲਰ ਨੇ ਉਹ ਬੋਲਦੇ ਉੱਥੇ ਆਪਣੇ ਜਾ ਕੇ ਬੰਗਲੇ ਬਣਾਉਂਦੇ ਨੇ, ਤੇ ਜੇ ਇਹਨਾਂ ਨੇ ਬੰਗਲੇ ਬਣਾਏ ਇਹਨਾਂ ਨੂੰ ਕੀ ਲਕਬ ਦੇਣਾ, ਇਹ ਸੰਗਰੂਰ ਦੇ ਲੋਕ ਕਿੱਧਰ ਜਾਣਦੇ ਆ। ਬੜੀ ਵੱਡੀ ਗੱਲ ਆ ਇਹ ਲਕਬ ਦੇਣਾ ਵੀ ਇਹ ਸਮਗਲਰ ਨੇ, ਔਰ ਉਹਨਾਂ ਨੇ ਉਲਟਾ ਉਹਦਾ ਜਵਾਬ ਦਿੱਤਾ ਵਾ, ਕਹਿੰਦਾ ਜੀ ਮੇਰੀਆਂ ਸਪੇਨ ਚ ਕੋਈ ਬੰਗਲੇ ਹੈਗੇ ਜਾਂ ਨਹੀਂ ਹੈਗੇ, ਲੇਕਿਨ ਮੈਨੂੰ ਇਹ ਦੱਸ ਦਿਓ ਕਿ ਸਪੇਨ ਚ ਲੋਕ ਵਸਦੇ ਨਹੀਂ, ਉੱਥੇ ਮੈਂ ਇਕੱਲਾ ਨਹੀਂ, ਉੱਥੇ ਬਹੁਤ ਸਾਰੇ ਇੰਡੀਅਨ ਵਸਦੇ ਨੇ, ਕੀ ਉਹ ਸਾਰੇ ਸਮਗਲਰ ਨੇ, ਕੀ ਉਹ ਸਾਰੇ ਬਦਮਾਸ਼ ਨੇ? ਤੇ ਭਗਵੰਤ ਮਾਨ ਹੋਰੀ ਦਾ ਜਵਾਬ ਸਾਨੂੰ ਜ਼ਰੂਰ ਦੇਣ। ਤੇ ਜਦੋਂ ਭਗਵੰਤ ਮਾਨ ਹੋਰਾਂ ਨੂੰ ਪੁੱਛਿਆ ਗਿਆ ਮਹਾਰਾਜ ਜੀ ਉਹ ਇਸ ਦਾ ਜਵਾਬ ਮੰਗਦੇ ਆ, ਭਗਵੰਤ ਮਾਨ ਜੀ ਕਹਿੰਦੇ ਉਹ ਸਹੀ ਬੰਦਾ ਜਵਾਬ ਸਾਰਾ ਦੇਣਾ ਹੁੰਦਾ ਆਪਾਂ ਜੀ, ਸਾਨੂੰ ਉੱਥੇ ਨੂੰ ਢਾਲ ਕੇ ਦੇ। ਇਸ ਕਰਕੇ ਇਹ ਇਲੈਕਸ਼ਨ ਤੇ ਆਉਂਦੀ ਜਾਂਦੀ ਰਹਿਣੀ ਆ, ਇਹੋ ਜਿਹੇ ਦੋਸ਼ ਲਾਉਣੇ ਆ, ਬੇਬੁਨਿਆਦ ਲਾਉਣੇ ਆ ਜਾਂ ਬੁਨਿਆਦ ਦਾ ਲਾਉਣੇ, ਸਾਨੂੰ ਹੀ ਪਤਾ ਇਹਦੇ ਬਾਰੇ ਚ। ਇਹਦੇ ਬਾਰੇ ਭਗਵੰਤ ਮਾਨ ਨੂੰ ਬਕਾਇਦਾ ਤੌਰ ਤੇ ਜਿਹੜਾ ਵਾ ਸਪਸ਼ਟੀਕਰਨ ਦੇਣਾ ਚਾਹੀਦਾ ਕਿ ਉਹਦੇ ਉੱਤੇ ਬੰਗਲੇ ਹੈਗੇ ਆ ਕਿ ਹਵਾ ਦੇ ਵਿੱਚ ਤੀਰ ਚਲਾਇਆ ਵਾ, ਇਹ ਹੈਗੇ ਆ ਕਿ ਉਹਨੇ ਆਪਣੇ ਬੰਗਲੇ ਉਸ ਫਾਰਮ ਚ ਲਿਖੇ ਜਿਹੜੇ ਇਲੈਕਸ਼ਨ ਲੜਨ ਲਿਖੀ ਜਾਂਦੇ ਆ, ਇਹ ਨਹੀਂ ਲਿਖੇ ਤੇ ਫਿਰ ਤੁਸੀਂ ਸ਼ਿਕਾਇਤ ਕਰੋ, ਤੁਸੀਂ ਕਰਦੇ ਚੋਣ ਕਮਿਸ਼ਨ ਨੂੰ ਜੀ। ਅੱਛਾ ਭੱਟ ਸਾਹਿਬ, ਅਗਨੀ ਵੀਰ ਜਿਹੜੇ ਨੇ ਉਹ ਆਪਾਂ ਕੱਲ ਵੀ ਗੱਲ ਕੀਤੀ ਸੀ, ਪੂਰੀ ਡਿਟੇਲ 'ਚ ਗੱਲ ਕੀਤੀ ਸੀ, ਪਰ ਉਸ ਨੂੰ ਲੈ ਕੇ ਜਿਸ ਤਰੀਕੇ ਨਾਲ 11-12 ਸੂਬਿਆਂ ਦੇ ਵਿੱਚ ਵਿਦਰੋਹ ਹੋ ਰਿਹਾ ਹੈ, ਜੇ ਆਪਾਂ ਵੇਖੀਏ ਬਿਹਾਰ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਹੈ, ਹਰਿਆਣੇ ਵਿੱਚ ਵੀ ਔਰ ਯੂਪੀ ਵਿੱਚ ਵੀ, ਇੱਥੇ ਬਹੁਤ ਵੱਡੀ ਤਾਦਾਦ ਦੇ ਵਿੱਚ ਅੱਗਾਂ ਲੱਗੀਆਂ ਨੇ, ਅਗਨੀਪਥ ਹੋ ਤੁਰਿਆ, ਮਤਲਬ ਅਗਜਨੀ ਹੋ ਗਿਆ। ਅਗਨੀਵੀਰ ਦੀ ਥਾਂ ਤੇ ਲੋਕ ਸੋਸ਼ਲ ਨੈਟਵਰਕ ਮੀਡੀਆ ਤੇ ਬੜੇ ਬੁੱਧੀਜੀਵੀ ਬੈਠੇ ਨੇ ਕਿ ਦੇਸ਼ ਦਾ ਨੇਤਾ 4 ਸਾਲ ਬਾਅਦ ਕਿਉਂ ਨਹੀਂ ਰਿਟਾਇਰ ਹੁੰਦਾ, ਉਹ ਕਿਉਂ ਨਹੀਂ ਰਿਟਾਇਰ ਹੁੰਦਾ, ਉਹ ਰਿਟਾਇਰ ਹੋਵੇ ਉਹ ਵੀ ਘਰ ਬੈਠੇ ਦੂਜੇ ਨੂੰ ਮੌਕਾ ਦੇਵੇ। ਅਗਨੀਪਥ ਤੋਂ ਅਗਾਂਹ ਕਿੱਧਰ ਜਾਣ ਅਗਨੀਵੀਰ? ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਹੈ, ਸਾੜਪੂ ਗ੍ਰਿਫਤਾਰੀਆਂ ਵੀ ਹੋ ਰਹੀਆਂ ਨੇ, ਅਜੇ ਇੱਕ ਮੌਤ ਹੋਣ ਦੀ ਖਬਰ ਹੈ। ਸਰਕਾਰ ਉਹਦੀ ਪ੍ਰਦਰਸ਼ਨ ਅਗਨੀਵੀਰ ਸਕੀਮ ਦੀ ਮਨਰੇਗਾ ਨਾਲ ਕੀਤੀ ਤੁਲਨਾ, ਮੈਂ ਕੱਲ ਹੀ ਪਰਸੋਂ ਹੀ ਕਰਦੀ ਸੀ ਵੀ ਮਨਰੇਗਾ ਵਰਗਾ ਹਾਲਾਤ ਪੈਦਾ ਕਰ ਰਹੇ ਹੋ ਤੁਸੀਂ। ਹਾਂਜੀ ਜੀ ਗੱਲ ਸਿਰਫ ਇਹ ਆ ਜੀ, ਇਹ ਇੱਕ ਹਿਸਾਬ ਦੀ ਜਿਹੜਾ ਪਹਿਲਾਂ ਵੀ ਗੱਲ ਕੀਤੀ ਸੀ ਕਿ ਇਹਨਾਂ ਨੇ ਆਪਣੇ ਵਰਕਰਾਂ ਨੂੰ ਸਰਕਾਰੀ ਖਾਤੇ ਤੇ ਟ੍ਰੇਨਿੰਗ ਦੇਣੀ, ਬਸ ਉਹਨਾਂ ਨੇ ਉਹਦੇ ਚ ਭਰਤੀ ਕਰ ਰਹੀਆਂ। ਅੱਜ ਦੀ ਡੇਟ ਵਿੱਚ ਮੈਂ ਨਹੀਂ ਕਹਿੰਦਾ, ਇਹਨਾਂ ਦੇ ਜਿਹੜੇ RS ਦੇ ਮੁਖੀ ਉਹ ਕਹਿੰਦੇ ਵੀ ਸਾਡੀ 66,000 ਸ਼ਾਖਾ ਜਿਹੜੀ ਪੂਰੀ ਏਰੀਆ ਚੱਲਦੀ ਆ, ਤੇ ਸਾਡਾ ਟੀਚਾ 2025 ਤੱਕ ਜਿਹੜਾ ਵਾ ਉਹ 1 ਲੱਖ ਸ਼ਾਖਾ ਕਰਨ ਦਾ ਵਾ। ਉਹ ਸ਼ਾਖਾ ਵਾਲੇ ਹਥਿਆਰਬੰਦ ਹੋਣਗੇ, ਉਹਨਾਂ ਨੂੰ ਬਕਾਇਦਾ ਤੌਰ ਤੇ ਟ੍ਰੇਨਿੰਗ ਦਿੱਤੀ ਜਾਊਗੀ ਤੇ ਉਹਨਾਂ ਨੂੰ ਬੈਟਰ ਇਹ ਹੈ ਵੀ 4 ਸਾਲ ਦੀ ਟ੍ਰੇਨਿੰਗ ਦਿਓ, ਮੁੜ ਕੇ ਉੱਥੇ ਭਰਤੀ ਕਰ ਲਓ। ਬਿਲਕੁਲ ਸਾਰੇ ਨਹੀਂ ਕਹਿੰਦੇ, ਕੁਝ ਬੰਦੇ ਵਿਚਾਰੇ ਦੂਜੇ ਵੀ ਹੋਣਗੇ ਜਿਹੜੇ ਚਾਹੁੰਦੇ ਵੀ ਨਹੀਂ, ਲੇਕਿਨ ਜੇ ਕਿਤੇ ਜੋ ਕੁਛ ਬਿਹਾਰ ਤੇ ਆ, ਜੋ ਕੁਛ ਤੇਲੰਗਾਨਾ ਤੇ ਆ, ਜੋ ਹਰਿਆਣੇ ਤੇ ਆ, ਜੇ ਪੰਜਾਬ ਚ ਤੇ ਸਾਨੂੰ ਲੱਕ ਮਿਲਣੇ ਕਿ ਅੱਤਵਾਦੀ, ਵੱਖਵਾਦੀ, ਖਾਲਿਸਤਾਨੀ। ਸਾਡੇ ਨੌਜਵਾਨਾਂ ਨੇ ਕੱਲ ਭਗਵੰਤ ਮਾਨ ਦੀ ਜਿਹੜੀ ਸੰਗਰੂਰ ਦੀ ਕੋਠੀ ਉੱਤੇ ਧਰਨਾ ਜ਼ਰੂਰ ਦਿੱਤਾ ਚੀਜ਼ ਨੂੰ ਲੈ ਕੇ, ਲੇਕਿਨ ਕਿਸੇ ਵੀ ਸਰਕਾਰੀ ਸੰਪਤੀ ਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਪਹੁੰਚਿਆ। ਬਹੁਤ ਵਧੀਆ, ਸ਼ਾਬਾਸ਼ 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 ਸ਼ਾਬਾਸ਼। ਮਤਲਬ ਅਸੀਂ ਯੂਥ ਨੂੰ ਕਵਾਂਗੇ ਸ਼ਾਬਾਸ਼ ਬਾਈ, ਹੱਥ ਜੋੜ ਕੇ ਬੇਨਤੀ ਆ, ਮਾਂ ਪਿਓ ਭੈਣ ਭਰਾ ਦੋਸਤ ਮਿੱਤਰ ਰਿਸ਼ਤੇਦਾਰ, ਚਾਹੇ ਤੁਸੀਂ ਸਾਨੂੰ ਪਹਿਲੀ ਵਾਰੀ ਸੁਣਦੇ ਹੋ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਰਹਿੰਦੇ ਹੋ, ਮਾਫ ਕਰਨਾ, ਖਾਲਿਸਤਾਨ ਦੇ ਨਾਂ ਦੇ ਉੱਤੇ ਨਾਅਰੇ ਲਾਉਣ ਵਾਲੇ ਤੇ ਲਾਰੇ ਲਾਉਣ ਵਾਲਿਆਂ ਦੇ ਤੁਸੀਂ ਪਿਛੋਕੜ 'ਚ ਆ ਕੇ ਵੇਖੋ, ਇੱਥੇ ਵੇਖੋ ਉਹਨਾਂ ਦੇ ਹਾਲਾਤ, ਉਹਨਾਂ ਦੇ ਬੱਚੇ ਬੱਚੀਆਂ ਦੇ ਹਾਲਾਤ ਵੇਖੋ ਤੁਸੀਂ, ਉਹਨਾਂ ਦੇ ਘਰ ਵੇਖੋ ਤੁਸੀਂ, ਉਹਨਾਂ ਦਾ ਰਹਿਣ ਬਸੇਰਾ ਵੇਖੋ, ਜਿਹੜੇ ਸੁਜੀਦਾ ਨੇ ਉਹਨਾਂ ਨੂੰ ਛੱਡ ਕੇ, ਇਹਨਾਂ ਦੇ ਮਗਰ ਲੱਗ ਕੇ ਨਾਅਰੇ ਲਾ ਕੇ, ਜੇ ਤੁਸੀਂ
ਇਹ ਮੁੜ ਕੇ ਮਾਫ ਕਰਨਾ ਕੌੜਾ ਸੱਚ ਆ। ਮੁੜ ਕੇ ਜੇ ਤੁਹਾਡਾ ਬੱਚਾ ਸ਼ਹੀਦ ਹੁੰਦਾ ਤੇ ਸ਼ਹੀਦਾਂ ਦੇ ਕੀਰਤਨ ਵੀ, ਨਗਰ ਕੀਰਤਨ ਵੀ ਨਿਕਲਦੇ ਨੇ। ਸ਼ਹੀਦਾਂ ਦੇ ਨਾਂ ਤੇ ਗੋਲਕਾਂ ਰੱਖੀਆਂ ਜਾਂਦੀਆਂ ਨੇ, ਸ਼ਹੀਦਾਂ ਦੇ ਨਾਂ ਤੇ ਮਾਇਆ ਇਕੱਠੀ ਕੀਤੀ ਜਾਂਦੀ ਹੈ, ਪਹੁੰਚਦੀ ਵੀ ਹੋਊਗੀ, ਪਰ ਕੀ ਫਾਇਦਾ। ਹਾਂਜੀ, ਹੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ, ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ, ਉਹ ਸੋਨੇ ਦਾ ਕੀ ਫਾਇਦਾ ਜਦੋਂ ਧੀ ਪੋਤੀ ਤੁਰ ਗਿਆ ਇਹਨਾਂ ਦੇ ਮਗਰ ਲਾ ਕੇ। ਉਹ ਬੌੜੀ ਰੱਬ ਦੇ ਵਾਸਤੇ ਹੱਥ ਜੋੜ ਕੇ ਵੇਖਿਓ ਕਿਤੇ ਇਹਨਾਂ ਦੇ ਬੀਬੇ ਚਿਹਰੇ ਵੇਖ ਕੇ ਨਾ ਮਗਰ ਲਾ ਕੇ ਕਿਤੇ ਇਹੋ ਜਿਹਾ ਕੰਮ ਨਾ ਕਰ ਬੈਠਿਓ। ਨਾ ਨਾਅਰੇ ਲਾਇਓ, ਨਾ ਦੇਸ਼ ਦਾ ਤਿਰੰਗਾ ਸਾੜ ਬੈਠਿਓ ਕਿਤੇ, ਨਾ ਇਹਨਾਂ ਮਗਰ ਲਾ ਕੇ ਗੁੰਮਰਾਹ ਹੋਇਓ। ਇਹਨਾਂ ਦੀਆਂ ਸੰਪਤੀਆਂ ਵੇਖੋ, ਇਹਨਾਂ ਦੇ ਰਹਿਣ ਸਹਿਣ ਵੇਖੋ, ਇਹਨਾਂ ਦੀਆਂ ਗੱਡੀਆਂ ਵੇਖੋ, ਇਹਨਾਂ ਦੀਆਂ ਗੱਲਾਂ ਵੇਖੋ ਤੇ ਇਹਨਾਂ ਦੋਗਲਾਪਨ ਵੇਖੋ। ਇੱਥੇ ਨਾਅਰੇ ਲਵਾਉਂਦੇ ਨੇ, ਨਾਅਰੇ ਮਰਵਾਉਂਦੇ ਨੇ, ਉੱਥੇ ਜਾ ਕੇ ਅੰਮ੍ਰਿਤਸਰ ਗੋਲ ਗੱਪੇ ਖਾ ਰਹੇ ਹੁੰਦੇ ਆ, ਚੰਗੇ ਚੰਗੇ ਰੈਸਟੋਰੈਂਟ 'ਚ ਬੈਠ ਕੇ ਡਿਨਰ ਕਰ ਰਹੇ ਹੁੰਦੇ ਆ। ਉੱਥੇ ਵੀ ਅਸੀਂ ਕਵਾਂਗੇ ਅਗਜ਼ਨੀ। ਅੱਜ ਇਸ ਨੂੰ ਨਾ ਸੋਚਿਓ ਕਿ ਅੱਗ ਲਾ ਕੇ ਤੁਹਾਨੂੰ ਇਨਸਾਫ ਮਿਲਣਾ, ਜਾਂ ਅੱਗ ਲਾ ਕੇ ਤੁਹਾਡੀ ਜਿਹੜੀ ਆਵਾਜ਼ ਪਹੁੰਚ ਜਾਣੀ ਹੈ। ਐਦਾਂ ਦੇ ਹਾਲਾਤ ਕ੍ਰੀਏਟ ਕੀਤੇ ਜਾਂਦੇ, ਮੁੜ ਕੇ ਤੁਸੀਂ ਘਰੋਂ ਬੇਘਰ ਹੁੰਦੇ ਹੋ। ਸੋ ਸਾਡੀ ਬੇਨਤੀ ਨੂੰ ਸਵੀਕਾਰ ਕਰਿਓ, ਕਿਸੇ ਦੇ ਗਿੱਟੇ ਗੁੱਡ ਲੱਗਦੀ ਹੈ ਤੇ ਉਹ ਮਾਫ ਕਰਿਓ। ਹਾਂਜੀ, ਦੇਖੋ ਜਿਹੜੀ ਸਾਡੇ ਮੋਰਚੇ ਲੱਗੇ ਕਿ ਸਾਹਮਣੇ ਮੋਰਚੇ ਦਸਤੀ ਹੋਏ ਆ ਤੇ ਸਾਨੂੰ ਸਾਂਝਾ ਜੀ ਕਿੱਥੇ ਸਾਡੀ ਸਾਰੇ ਵੀਰਾਂ ਨੂੰ ਅੱਜ ਪਾਟੀ ਸਾਹਿਬ ਗੱਲ ਬਣ ਨਹੀਂ ਰਹੀ। ਕਿੱਥੇ ਸਾਡਾ ਵੀਰ ਭਾਊ ਗੜਕ ਕੇ ਬੋਲਦਾ ਤੇ ਕਿੱਥੇ ਅੱਜ ਥੋੜੀ ਕੱਟ ਕੇ ਆਵਾਜ਼। ਹਾਂਜੀ, ਮੇਰੇ ਕੰਨਾਂ ਤੱਕ ਨਹੀਂ ਪਹੁੰਚ ਰਹੀ ਤੇ ਦਰਸ਼ਕਾਂ ਸਰੋਤਿਆਂ ਦੇ ਕੰਨਾਂ ਤੱਕ ਬਹੁਤ ਮੁਸ਼ਕਲ ਨਾਲ ਪਹੁੰਚ ਰਹੀ ਹੋਣੀ ਆ। ਹੁਣ ਠੀਕ ਹੋਏਗੀ ਜੀ ਕੋਈ ਆ ਹੁਣ ਥੋੜਾ ਜਿਹਾ ਫਰਕ ਪੈ ਗਿਆ। ਹਾਂਜੀ, ਹੁਣ ਕਿਤੇ ਗੱਡੀ ਰੋਕ ਲੈਣੀ ਬਹੁਤੀ ਗਲਤ ਜੀ। ਹੁਣ ਤੁਸੀਂ ਕੁਝ ਕਹਿ ਰਹੇ ਸੀ। ਹਾਂਜੀ, ਮੈਂ ਇਹ ਗੱਲ ਕਹਿ ਰਿਹਾ ਸੀਗਾ ਵੀ ਜਦੋਂ ਵੀ ਸਾਡੇ ਜਿਹੜੇ ਅਸੀਂ ਜਿਹੜੇ ਸ਼ਾਂਤਮਈ ਮੋਰਚੇ ਨਾਲ ਕਾਮਯਾਬੀ ਮਿਲੀ ਹੈ ਸਾਡੇ ਕੋਲ। ਆਹ ਵੇਖੋ ਕਿਸਾਨੀ ਮੋਰਚਾ ਜਿਹੜਾ ਵਾ ਇੱਕ ਬੜੀ ਤਕੜੀ ਉਦਾਹਰਨ ਆ। ਨੌਜਵਾਨਾਂ ਨੂੰ ਇਹ ਆ ਵੀ ਤੁਸੀਂ ਆਪਣੀ ਮੰਗ ਬਣਾਉਣੀ ਆ, ਸਰਕਾਰੀ ਸਬਸਿਡੀ ਤੋਂ ਬਿਲਕੁਲ ਨੁਕਸਾਨ ਨਾ ਪਹੁੰਚਾਓ, ਆਪਣਾ ਪ੍ਰੋਟੈਸਟ ਕਰੋ, ਇਹਨਾਂ ਦੇ ਪੁਤਲੇ ਸਾੜੋ, ਇਹਨਾਂ ਤੇ ਦਬਾਅ ਬਣਾਓ, ਚੰਗੀ ਗੱਲ ਆ ਬਿਲਕੁਲ। ਲੇਕਿਨ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਤੋਂ ਬਚੋ। ਇਹ ਸਾਡਾ ਆਪਣਾ ਹੀ ਨੁਕਸਾਨ ਹੋ ਰਿਹਾ ਵਾ। ਜੇ ਤੁਸੀਂ ਰੇਲਾਂ ਸਾੜ ਰਹੇ ਹੋ, ਸਭ ਕੁਝ ਕੱਟ ਰਹੇ ਹੋ, ਇਹ ਖਲ ਮਾੜੀ ਹੈ, ਨਹੀਂ ਹੋਣਾ ਚਾਹੀਦਾ। ਅੱਜ ਫਿਰ ਪੰਜਾਬ ਨੂੰ ਕੀ ਲੱਕ ਵਜੋਗੇ ਜਿਹੜਾ ਲੋਕਾਂ ਨੇ, ਸਾਡੇ ਨੌਜਵਾਨਾਂ ਨੇ ਕੋਈ ਹਰਕਤ ਨਹੀਂ ਕੀਤੀ, ਸਵਾਏ ਪ੍ਰੋਟੈਸਟ ਕੀਤਾ ਉੱਥੇ ਸਾਥੀ ਬੈਠ ਕੇ ਵੀ ਆ ਜਿਹੜਾ ਵਾ ਇਹ ਅਗਨੀ ਵੀਰ ਵਾਲਾ ਜਿਹੜਾ ਅਗਨੀ ਪੰਥ ਵਾਲਾ ਇਹ ਵਾਪਸ ਲਿਆ ਜਾਵੇ ਤੇ ਇਹਦੀ ਰੈਗੂਲਰ ਭਰਤੀ ਕੀਤੀ ਜਾਵੇ। ਉਹਨਾਂ ਬਾਰੇ ਕੀ ਕਹੋਗੇ ਤੁਸੀਂ? ਇਹਦਾ ਮਤਲਬ ਪੰਜਾਬ ਸ਼ਾਂਤ ਸੂਬਾ, ਤੁਸੀਂ ਜਾਣ ਬੁੱਝ ਕੇ ਉਹਨੂੰ ਅਸ਼ਾਂਤ ਬਣਾ ਰਹੇ ਹੋ ਨਾ। ਅੱਛਾ, ਵਾਪਸ ਜੇ ਆਪਾਂ ਚਲੀਏ ਰਾਜਨੀਤੀ ਵਾਲੇ ਪਾਸੇ ਨੂੰ, ਪੰਜਾਬ ਵੀ ਸ਼ਾਂਤ ਹੈ, ਭਾਰਤ ਵਿੱਚ ਵੀ ਸ਼ਾਂਤੀ ਹੈ, ਕੋਈ ਇਹੋ ਜਿਹੀ ਗੱਲ ਨਹੀਂ। ਸਿਰਫ ਸਵਾਏ ਇਹਨਾਂ ਨਿੱਕੀਆਂ ਜਿਹੜੀਆਂ ਨੇ ਇਹਨਾਂ ਧਾਰਮਿਕ ਜਾਂ ਜਿਹੜੀਆਂ ਹੁਣ ਤੁਸੀਂ ਕਹਿ ਲਓ ਕਿ ਹਰ ਥਾਂ ਦੇ ਉੱਤੇ ਮਤਲਬ ਧਰਮ ਦੇ ਨਾਂ ਦੇ ਉੱਤੇ ਬਖੇੜਾ ਖੜਾ ਕਰਨਾ। ਤੁਹਾਡਾ ਗੁਆਂਢੀ ਚਾਈਨਾ ਅੱਜ ਇੱਕ ਹੋਰ ਬੇੜਾ ਤਿਆਰ ਕਰ ਲਿਆ ਉਹਨੇ ਤੇ ਅਮਰੀਕਾ ਨੂੰ ਚੈਲੰਜ ਦੇ ਦਿੱਤਾ ਉਹਨੇ। ਤੁਸੀਂ ਪੜ੍ਹੀ ਹੋਣੀ ਖਬਰ। ਬਿਲਕੁਲ ਉਹਨੇ 2030 ਤੱਕ ਦੁਨੀਆ ਦੀ ਸੁਪਰ ਪਾਵਰ ਬਣਨ ਦਾ ਸੁਪਨਾ ਲਿਆ ਤੇ ਆਪਣੇ ਦੇਸ਼ ਦੀ ਸਟਰੋਂਗ ਜਿਹੜੀ ਆ ਨੇ, ਉਹ ਵੀ ਤਾਂ ਉਹਦੇ ਕੋਲ ਵੀ ਤਾਂ ਆਰਮੀ ਹੈਗੀ ਆ। ਸਾਡੇ ਨਾਲੋਂ ਕਿਤੇ ਸਾਡੇ ਨਾਲ ਪਾਪੂਲੇਸ਼ਨ ਵੀ ਉਹਦੀ ਜ਼ਿਆਦੀ ਆ। ਉਹ ਵੀ ਤਾਂ ਉਹ ਵੀ ਤਾਂ ਸਰਵਾਈਵ ਕਰ ਹੀ ਰਿਹਾ। ਸਾਡਿਆਂ ਨੇ ਤਾਂ ਲੁੱਟ ਕੇ ਉੱਥੇ ਵੇਖੋ ਰਾਜ ਕੀ ਆ। ਉੱਥੇ ਰਾਜ ਆ, ਜੇ ਬੰਦਾ ਕੋਈ ਗਲਤ ਕੰਮ ਕਰਦਾ ਫੜਿਆ ਜਾਂਦਾ ਤਾਂ ਸਜ਼ਾ ਸਾਰਿਆਂ ਨੂੰ ਬਰਾਬਰ ਆ। ਇੱਥੇ ਤੇ ਸਵਿਟਜ਼ਰਲੈਂਡ ਦੇ ਸੁਪਨੇ ਉੱਥੋਂ 15 ਲੱਖ ਆ ਜੂ, ਉੱਥੇ ਕਿੰਨੇ ਅਰਬਾਂ ਖਰਬਾਂ ਪਿਆ ਪਤਾ ਹੀ ਕਿਸੇ ਨੂੰ ਪਤਾ ਹੀ ਕਿਸੇ ਨੂੰ। ਦੇਸ਼ ਦਾ ਜਿਹੜਾ ਦੇਸ਼ ਦਾ ਸਾਡਾ ਸੋਨਾ ਧਨ ਦੌਲਤ ਜਿਹੜੀ ਆ ਮੁਗਲ ਲੈ ਕੇ ਲੁੱਟ ਕੇ ਜਾਂਦੇ ਸੀ, ਅੰਗਰੇਜ਼ ਲੈ ਕੇ ਲੁੱਟ ਕੇ, ਤੇ ਅੰਗਰੇਜ਼ਾਂ ਤੋਂ ਬਾਅਦ ਜਿਨ੍ਹਾਂ ਨੇ ਰਾਜ ਕੀਤਾ, ਰਾਜ ਕਰਨ ਤੋਂ ਬਾਅਦ ਉਹਨਾਂ ਲੁੱਟਿਆ। ਉਹਨਾਂ ਦੇ ਸਭ ਤੋਂ ਜ਼ਿਆਦਾ ਰਾਜ ਕੀਤਾ ਕਾਂਗਰਸ ਨੇ। ਵੱਡੇ ਮਗਰਮੱਛ ਨੇ, ਉਹਨਾਂ ਮਗਰਮੱਛਾਂ ਦੇ ਮਗਰ ਪੈਣਾ ਹੀ ਇਹਨਾਂ ਨੇ ਸੁਪਨੇ ਦਿਖਾਏ। ਲੋਕ ਕਹਿੰਦੇ ਸੀ ਸ਼ਾਇਦ ਇਹਨਾਂ ਨੂੰ ਫੜ ਕੇ ਲਿਆਉਣਗੇ, ਆ ਜਾਣਗੇ 15 ਲੱਖ। ਜੁਮਲਾ ਬਣ ਗਿਆ। ਮਗਰਮੱਛ ਇੱਕ ਹੋਰ ਵਿਜੀਲੈਂਸ ਦੇ ਢਿੱਕੀ ਆਇਆ। ਉਹ ਮਤਲਬ ਰੇਤ ਮਾਫੀ ਦਾ ਸਰਗਣਾ ਮੰਨਿਆ ਜਾਂਦਾ। ਬੌੜੀ ਹੋ ਰੱਬਾ, ਕੀ ਕਹਿਣਾ ਚਾਹੋਗੇ?
ਦੇਖੋ ਬੇਸਿਕਲੀ ਇਹਦਾ ਜਿਹੜਾ ਅਗਨੀਵੀਰ ਬਣਾਇਆ ਸੀ, ਅਗਨੀਵੀਰ ਦਾ ਮਤਲਬ ਇਹ ਕਹਿੰਦੇ ਇਹ ਜਿਹੜਾ ਇਜ਼ਰਾਈਲ ਨੇ ਕੀਤਾ ਸੀ ਉਸ ਸੈਕਟਰ ਤੇ ਕਰਦੇ, ਜਿਸ ਤਰ੍ਹਾਂ ਜਰਮਨ ਨੇ ਕੀਤਾ ਉਸ ਸੈਕਟਰ ਤੇ ਕਰ ਰਹੇ। ਸਾਡੇ ਉਹ ਕਾਮਯਾਬੀ ਉਸ ਤਰੀਕੇ ਤੇ ਨਹੀਂ ਮਿਲਣੀ। ਉਹਨਾਂ ਲੋਕਾਂ ਦੀਆਂ ਸਹੂਲਤਾਂ ਕਿ ਨਹੀਂ ਆਪਣੇ ਲੋਕਾਂ ਦੀ ਵੇਖੋ, ਉਹ ਆਪਣੇ ਲੋਕਾਂ ਦਾ ਕਿੰਨਾ ਖਿਆਲ ਰੱਖਦੇ ਆ ਉੱਥੇ। ਤੇ ਉਹਨਾਂ ਕੰਟਰੀ 'ਚ ਹਰ ਬਛਿੰਦਾ ਉਹਨਾਂ ਦਾ ਜਿਹੜਾ ਵਾ ਉਹ ਸਫਾਈ ਆ, ਹਰ ਬਛਿੰਦੇ ਨੂੰ ਟ੍ਰੇਨਿੰਗ ਦਿੱਤੀ ਉਹਨਾਂ ਨੇ। ਸਾਡੇ ਵੀ ਟ੍ਰੇਨਿੰਗ ਦੇਣ ਦੀ ਤੁਸੀਂ ਗੱਲ ਕੀਤੀ, ਜੇ ਕਿਤੇ ਇਹੀ ਗੱਲ ਜਹਦਰ ਅਕਾਲ ਤਖਤ ਨੇ ਕਹਿ ਦਿੱਤੀ ਸੀ, ਕਿੱਥੋਂ ਤੱਕ ਗੱਲ ਕੀਤੀ ਸੀ ਵੀ ਜਹਦਰ ਨੇ ਧਿਆਨ ਦੇ ਟ੍ਰੇਨਿੰਗ ਦੀ ਗੱਲ ਕੀਤੀ ਹੈ। ਤੁਸੀਂ ਕੀ ਕਰ ਰਹੇ ਹੋ? ਤੁਹਾਡਾ ਮਕਸਦ ਤੇ ਇਹੀ ਹੈਗਾ ਨਾ। ਮੇਰਾ ਇਸ ਗੱਲ ਤੋਂ ਕਹਿਣ ਤੋਂ ਭਾਵ ਅਸੀਂ ਇਹਦੇ ਖਿਲਾਫ ਨਹੀਂ, ਅਸੀਂ ਕਹਿੰਦੇ ਕਿ ਨੌਜਵਾਨਾਂ ਦੀ ਫਰਿਆਦ ਸੁਣੋ, ਉਹਨਾਂ ਦੀ ਫਰਿਆਦ ਦੂਰ ਕਰੋ। ਫਿਰ ਤੁਸੀਂ ਜੋ ਮਰਜ਼ੀ ਕਰੋ, ਲੋਕ ਭੁੱਖੇ ਮਰ ਰਹੇ ਨੇ। ਜੋ ਹਾਲਤ ਸਾਡੀ ਬਣਦੀ ਆ ਰਹੀ ਇੰਡੀਆ ਦੀ, ਜਿਹਨਾਂ ਦੇਸ਼ਾਂ ਦੀ ਅਸੀਂ ਗੱਲ ਕਰਦੇ ਉਹ ਸਾਡੇ ਤੋਂ ਬਹੁਤ ਅੱਗੇ ਨੇ। ਕਸ਼ਮੀਰ ਦੀ ਤੁਸੀਂ ਗੱਲ ਕੀਤੀ, ਚਾਈਨਾ ਦੀ, ਜਿਹੜੀ ਸਾਡੀ ਉਹਦੀ ਜਿਹੜੀ ਆਰਮੀ ਆ ਸਾਡੇ ਤੋਂ 6 ਗੁਣਾ ਵੱਧ ਮਜ਼ਬੂਤ ਆ, ਉਹਦੀ 6 ਗੁਣਾ ਵੱਧ। ਉਹਦੀ ਮਿਜ਼ਾਈਲ ਜਿਹੜੀ ਬੀਜੇਪੀ ਤੋਂ ਛੱਡੀ ਆ ਉਹ ਸ਼੍ਰੀਲੰਕਾ ਪਹੁੰਚਦੀ ਆ, ਉਹ ਸਾਨੂੰ ਨਹੀਂ ਕ੍ਰੋਸ ਕਰ ਜਾਂਦੀ। ਇਸ ਕਰਕੇ ਅਸੀਂ ਰੱਖਾਂਗੇ ਨਾ ਦਿਹਾੜੀਦਾਰ ਤੇ, ਮੁੜ ਕੇ ਤੁਹਾਨੂੰ ਕਿਸੇ ਦੇ ਮੌਕੇ ਤੇ ਮਿਲਣਾ 1962 ਸਾਲ ਅਸਰ ਹੋਊਗਾ। ਘੇਰੇ ਘੇਰੇ ਸਾਡੇ ਦੁਸ਼ਮਣ ਆ, ਉਹਨਾਂ ਦੁਸ਼ਮਣਾਂ ਦੇ ਮੁਕਾਬਲਾ ਕਰਨ ਵਾਸਤੇ ਸਾਨੂੰ ਪੱਕੀ ਆਰਮੀ ਰੱਖਣੀ ਪਊਗੀ। ਸੰਤ ਭਿੰਡਰਾਂ ਵਾਲੇ ਠੀਕ ਕਿਹਾ ਸੀਗਾ, ਇਹ ਤਿਉਹਾਰ ਸ਼ਾਂਤੀ ਦੇ ਪ੍ਰਤੀਕ ਨੇ, ਜੰਗ ਦੇ ਨਹੀਂ। ਪਹਿਲਾਂ ਕਾਲਰ ਨੇ ਮੈਂ ਕਾਂਗਰਸ ਦਾ ਇੱਕ ਹੋਰ ਮਗਰਮੱਛ ਵਿਜੀਲੈਂਸ ਦੇ ਡਿੱਕੀ ਆਇਆ, ਰੇਤ ਮਾਫੀ ਦਾ ਸਰਗਣਾ, ਉਹਦੀ ਗੱਲ ਕਰਾਂਗਾ। ਪਰੰਤੂ ਕਾਲਰ ਨੇ ਵੈਲਕਮ ਜੀ। ਹਾਂਜੀ, ਆਪਣੇ ਚਾਵਲਾ ਸਾਹਿਬ ਤੇ ਪੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ। ਬਾਈ ਫਤਿਹ ਜੀ, ਖਾਲਸਾ ਜੀ, ਬਾਈ ਫਤਿਹ। ਇਹ ਤਾਂ ਜੀ ਗਿਣੇ ਹੀ ਨਹੀਂ ਜਾਣੇ। ਜਿਵੇਂ ਉਹ ਅਮਿਤ ਸ਼ਾਹ ਦੇ ਉਹ ਸੀ ਨਾ, ਉਹਦੀ ਉਹ ਕੀ ਇਹਦਾ ਨਾਂ, ਕੋਆਪਰੇਟਿਵ ਸੁਸਾਇਟੀ, ਉਹਦੀ ਮਸ਼ੀਨਾਂ ਥੱਕ ਗਈਆਂ ਸੀ ਨੋਟ ਗਿਣਦੀਆਂ। ਇਹ ਤਾਂ ਇੰਨੇ ਲੋਕ ਜਿਹੜੇ ਆ ਇਹਦੇ 'ਚ ਫਸਣਗੇ। ਦੇਖੋ ਮੈਂ ਤੁਹਾਨੂੰ ਯੂਪੀ ਦੀ ਮਿਸਾਲ ਦਿੰਦਾ। ਸੰਨ 65 ਦੇ ਵਿੱਚ 65-66 ਦੇ ਵਿੱਚ ਅਖਬਾਰਾਂ 'ਚ ਸਾਫ਼ ਲਿਖਿਆ ਸੀ ਕਿ ਜਦੋਂ IAS ਇਕੱਠੇ ਬਹਿੰਦੇ ਸੀ ਨਾ, ਉਹ ਕਹਿੰਦੇ ਵੀ ਤੂੰ ਕਿੰਨੇ ਬਣਾਏ? ਉਹ ਕਹਿੰਦਾ ਮੈਂ ਬਣਾਏ, ਕਹਿੰਦਾ 60 ਕਰੋੜ। ਕਹਿੰਦਾ ਤੂੰ ਕਿੰਨੇ ਬਣਾਏ? ਉਹ ਦੂਜਾ ਕਹਿੰਦਾ ਮੈਂ ਬਣਾਏ 80 ਕਰੋੜ। ਤੇ ਇੱਕ ਫਿਰ ਤੀਜਾ ਕਹਿੰਦਾ ਤੁਹਾਡੇ ਵਰਗਾ ਬੇਵਕੂਫ ਕਿਹੜਾ? ਕਹਿੰਦਾ ਮੈਂ ਬਣਾਏ 110 ਕਰੋੜ। ਕਹਿੰਦਾ ਤੇਰੇ ਨੂੰ ਤੂੰ ਵੀ ਚੰਗਾ ਹੀ ਬੇਵਕੂਫ ਹੈ। ਕਹਿੰਦਾ ਮੈਂ ਬਣਾਇਆ 250 ਕਰੋੜ। ਤੇ ਮੈਨੂੰ ਇਉਂ ਦੱਸੋ, ਇਹ ਤਾਂ ਬਹੁਤ ਵੱਡੀ ਬਾਰਵਰਡ ਵਾਇਰ ਲਾ ਕੇ ਜੇਲ੍ਹ ਜਿਹੜੀ ਹੈ ਇਹ ਬਣਾਉਣੀ ਪਏਗੀ। ਖਾਣਾ ਦਾਣਾ ਇਹ ਆਪਦਾ ਹੀ ਖਾਣ ਉੱਥੇ, ਤੇ ਬਾਹਰ ਨਾ ਨਿਕਲਣ ਦੇਣ। ਬਸ ਇੰਨੀ ਗੱਲ ਹੈ। ਉੱਥੇ ਹੀ ਇਹਨਾਂ ਦਾ ਉਹ ਟਾਇਲਟ ਵਗੈਰਾ ਦਾ ਸਿਸਟਮ ਉੱਥੇ ਹੀ, ਉਹ ਸਾਰਾ ਖੇਤੀਬਾੜੀ ਉੱਥੇ। ਇਹ ਬਹੁਤ ਗਿਣਤੀ ਇਹਨਾਂ ਦੀ ਭਾਰੀ। ਇਹ ਇਕੱਲੇ ਬੈਰੀ ਤੁਸੀਂ ਬਿਸਟਾ ਦਾ ਕੀੜਾ ਬਣਾਉਣਾ ਚਾਹੁੰਦੇ ਹੋ? ਧੰਨਵਾਦ। ਬਿਸਟਾ ਦਾ ਕੀੜਾ ਜੀ। ਹਾਂਜੀ ਹਾਂਜੀ। ਜਹੇਦਾਰ ਸਾਹਿਬ, ਖਾਲਸਾ ਜੀ ਕੱਟ ਹੀ ਗਿਆ ਜੀ। ਹਾਂਜੀ ਪੱਟੀ ਸਾਹਿਬ। ਠੀਕ ਹੈ ਜੀ। ਖਾਲਸਾ ਜੀ ਦੇ ਮੇਰੀ ਆਮ ਤੌਰ ਤੇ ਬਾਅਦ ਵਿੱਚ ਗੱਲਬਾਤ ਨਹੀਂ ਠੀਕ, ਉਹਨਾਂ ਜਵਾਬ ਆਪਣੇ ਆਪਣੇ ਦੇ ਦਿੱਤੇ ਜੀ। ਆਪਾਂ ਅੱਗੇ ਚੱਲੀਏ। ਅੱਛਾ ਚਲੋ, ਰੇਤ ਮਾਫੀ ਦਾ ਸਰਗਣਾ ਮੰਨਿਆ ਜਾਂਦਾ। ਇੱਕ ਹੋਰ ਵੱਡਾ ਕਾਂਗਰਸ ਦਾ ਮਗਰਮੱਛ ਵਿਜੀਲੈਂਸ ਦੇ ਕਬਜ਼ੇ 'ਚ ਆਇਆ, ਅੜਕੇ। ਜਿਹੜੀ ਗੱਲ ਆ ਜੀ, ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਭਗਵੰਤ ਮਾਨ ਨਿਸ਼ਾਨਾ ਕਿਤੇ ਲਾਉਂਦਾ ਤੇ ਸੁਣਦਾ ਕਿਸੇ ਹੋਰ ਨੂੰ। ਨਿਸ਼ਾਨਾ ਬਕਾਇਦਾ ਤੌਰ ਤੇ ਲਾਇਆ ਉਹਨੇ ਭਾਰਤ ਭੂਸ਼ਣ ਆਸ਼ੂ ਦੇ ਉੱਤੇ। ਅੱਛਾ, ਭਗਵੰਤ ਮਾਨ ਦਾ ਟੇਬਲ ਲਾ ਰਿਹਾ ਹੈ ਜਾਂ 3 ਟੇਬਲ? ਕਿਹੜਾ ਟੇਬਲ ਇਹ ਹੁਣ ਵੇਖਣਾ ਪਊਗਾ ਨਾ। ਨਹੀਂ, ਟੇਬਲ ਸਾਨੂੰ ਪਤਾ ਹੀ ਹੈ, ਸੁਪਰ ਟੇਬਲ ਉਹੀ ਲਾ ਰਿਹਾ ਜੀ। ਉਹਨੂੰ ਮੁੱਖ ਮੰਤਰੀ ਲਿਖਣਾ ਪੈਂਦਾ ਸਾਨੂੰ, ਬਾਕੀ ਦੀ ਗੱਲ ਕੋਈ ਨਹੀਂ। ਅੱਛਾ ਚਲੋ ਠੀਕ। ਉਹਨੂੰ ਸਿਰਫ ਤਾਂ ਮੁੱਖ ਮੰਤਰੀ ਹੋ ਕੇ ਤੁਸੀਂ ਕਹਿ ਰਹੇ, ਬਾਕੀ ਕੋਈ ਗੱਲ ਨਹੀਂ। ਅੱਛਾ। ਨਿਸ਼ਾਨਾ ਉਹਨਾਂ ਦਾ ਇਹ ਲਾਇਆ ਸੀਗਾ ਕਿ ਅਸੀਂ ਜਿਹੜਾ ਵਾ ਇਸ ਵੇਲੇ ਜਿਹੜਾ ਵਾ ਨਿਸ਼ਾਨਾ ਲਾਇਆ ਵਾ ਇਹਦੇ ਭਾਰਤ ਆਸ਼ੂ ਤੇ ਭਾਰਤ ਭੂਸ਼ਣ ਆਸ਼ੂ ਹੋਣੀ ਆਪਣੀ ਖੰਡ ਬਚਾਉਣ ਦੀ ਖਾਤਰ ਹਾਈਕੋਰਟ ਜਾ ਵੜੇ। ਮਹਾਰਾਜ ਇਹਨਾਂ ਨੂੰ ਕਹੋ ਮੈਨੂੰ ਗ੍ਰਿਫਤਾਰ ਕਰਨਾ ਤੇ 7 ਰੁਪਏ ਦਾ ਮੋਹਰ। ਉਹਦਾ ਜਦੋਂ ਅਜੇ ਫੈਸਲਾ ਹੋਣਾ ਬਾਕੀ ਆ। ਅਜੇ ਉੱਥੇ ਨਿਸ਼ਾਨਾ ਲਾ ਰਹੇ ਸੀਗੇ ਤੇ ਇਹਨਾਂ ਨੇ ਜਾ ਕੇ ਉਹ ਜਿਹੜਾ ਬਾਰਡਰ ਦੇ ਉੱਤੇ ਆ, ਉਹ ਪਿੰਡ ਪੈਂਦਾ ਪਠਾਨਕੋਟ ਦੇ ਕੋਲ, ਉੱਥੋਂ ਦਾ ਜਿਹੜਾ ਸਾਬਕਾ ਵਿਧਾਇਕ ਹੈ ਜੋਗਿੰਦਰ ਪਾਲ, ਉਹਨੂੰ ਜਾ ਕੇ
ਸਕਦਾ। ਅੱਛਾ ਰੱਖ ਆ ਜਾਵੇ। ਤੁਹਾਨੂੰ ਪਤਾ ਹੋਵੇਗਾ ਵੀ ਨਿਸ਼ਾਨਾ ਕਿਤੇ ਹੋਰ ਤੇ ਖੁੱਲਿਆ ਕਿਤੇ ਹੋਰ, ਸ਼ਾਇਦ ਕਦੀ ਜੋਗਿੰਦਰ ਪਾਲ ਨੇ ਸੋਚਿਆ ਵੀ ਨਹੀਂ ਹੋਣਾ ਕਿ ਮੇਰੇ ਹਰ ਪਾਸੇ ਵੀ ਪੁਲਿਸ ਆਊ। ਨਾ ਕਹੀਂ ਪੇ ਨਿਗਾहें बड़ी गई थी कोई मशीन फड़ी चेक पड़िया गया जी नजायज मायने करते नजायज मायने दो पर्चा भी तारागढ़ विच कर दिता सी अणपछाते के खिलाफ। हुण उसे आड़ हेठ कल जोगिंदर पाल को गिरफ्तार कर लिया भी भाई आ तेरी 50% है, तेरी कहानी 25% है, चलो करिए गल। इस करके होर शाला किते होर जिहड़ा उन्हें कहा कि साडे 3 मिनिस्टर टारगेट होते हैं भगवंत मान दा करदा रहा। साबका 3 मिनिस्टर साडे जिहड़े निशाने दे उत्ते ने वो किहड़े ने उन्हें पता लग सकदा वो बंदा उहदे के अंदर हो गया। ਤੁਹਾਨੂੰ ਪਤਾ ਹੈ ਕੈਪਟਨ ਬਰੇਸਰ ਸਿੰਘ ਇੱਕ ਕਰਦੀ ਕਹਿੰਦਾ ਸੀ ਮਰਜ਼ੀਆ ਤੇ ਸੈਕਟਰ 40 ਆਪਣੇ ਆਪ ਨੂੰ ਬੜੇ ਸਾਹਿਬ ਮਜ਼ਾ ਮੁਝੇ ਭ੍ਰਿਸ਼ਟਾਚਾਰ ਦਾ ਤੇ ਮੈਂ ਬਕਾਇਦਾ ਤੌਰ ਤੇ ਛੱਡੀ ਬੜੇ ਸਾਹਿਬ 2 ਮਿੰਟ ਕਦੇ ਗੱਡੀ ਰੋਕ ਲਓ 5 ਮਿੰਟ ਕੀ ਗੱਡੀ ਰੋਕਣੀ ਨਹੀਂ ਬੱਚੀ ਭਾਈ ਤੇ I don't know 5 ਮਿੰਟ ਰਹਿ ਗਏ ਨੇ ਮਜ਼ਾ ਨਹੀਂ ਆ ਰਿਹਾ ਅੱਜ ਕਾਲਾਂ ਵੀ ਫਲੈਸ਼ ਹੋ ਰਹੀਆਂ ਨੇ ਇੰਨੇ ਕਿਹੜਾ ਸਾਰ ਲੈਣੇ ਚਲੋ ਆਪਾਂ ਛੋਟਾ ਰੱਖ ਲਈਏ ਜਵਾਬ ਤੇ ਫਿਰ ਆਪਾਂ 2 ਕਾਲਾਂ ਲੈ ਲਈਏ ਤਾਂ ਕਿ ਮਤਲਬ ਉਹਨਾਂ ਦਾ ਮਨ ਵੀ ਜਿਹੜਾ ਬਣਿਆ ਰਹੇ ਕਾਲਰਸ ਦਾ ਵੀ। ਹੈਲੋ ਹੈਲੋ ਹਾਂਜੀ 1 ਮਿੰਟ ਲੈਣਾ ਤੁਹਾਡਾ ਜੀ ਜੀ। ਹਾਂ ਮੈਂ ਉਹ ਜੇ 56 ਇੰਚ ਛਾਤੀ ਵਾਲਾ ਸੀ ਇੱਕ ਬੰਦਾ ਉਹ ਚਾਈਨਾ ਦਾ ਬਾਰਡਰ ਗਰਮ ਸੀ 250 ਕਿਲੋਮੀਟਰ ਪਿੱਛੇ ਹੀ ਮੁੜਿਆ ਹੁਣ ਕਹਿੰਦੇ ਫੌਜ ਦੀ ਲੋੜ ਹੀ ਕੋਈ ਨਹੀਂ ਬਸ ਅੱਗੇ ਦੇਖ ਲਓ ਫਿਰ ਆਪਾਂ ਬਹੁਤ ਤੁਹਾਡਾ ਧੰਨਵਾਦ ਬਸ ਮਿਹਰਬਾਨੀ ਜੀ। ਹਾਂਜੀ ਚਲੋ ਹਾਂਜੀ ਨੈਕਸਟ ਕਾਲ ਪਲੀਜ਼। ਹਾਂਜੀ ਸਤਿ ਸ੍ਰੀ ਅਕਾਲ ਜੀ। ਆਓ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ ਜਿਹੜਾ ਤੁਸੀਂ ਹੁਣ ਜੋਗਿੰਦਰਪਾਲ ਦੀ ਗੱਲ ਕਰਦੇ ਸੀ ਇਹਨਾਂ ਦੇ ਜੇ ਮੇਰਾ ਖਿਆਲ ਜਿਹੜੇ ਚੋਣ ਜਦੋਂ ਭਰਦੇ ਨੇ ਆਪਣਾ ਐਫੀਡੇਵਿਟ ਭਰਦੇ ਨੇ ਆਪਣੀ ਇਨਕਮ ਦਾ ਇਹਨੇ 1706 ਕਰੋੜ ਆਪਣੀ ਆਮਦਨ ਭਰੀ ਸੀ ਤੇ 22 ਦੇ ਵਿੱਚ 300 ਗੁਣਾ ਕਿਵੇਂ ਵੱਧ ਗਈ। ਜੇ ਕਿਸੇ ਹੋਰ ਬੰਦੇ ਦੀ 100 ਗੁਣਾ ਵੀ ਵੱਧ ਗਿਆ ਤੇ ਇਨਕਮ ਟੈਕਸ ਵਾਲੇ ਆ ਗਏ ਕਦੇ ਦੂਜੇ ਆ ਗਏ ਨਾਲ ਨਹੀਂ ਜਾਂਦੇ ਕਦੇ 6 ਕਰੋੜ ਭਰੇ ਸੀ ਤੇ 18 ਕਰੋੜ ਭਰੇ ਸੀ ਫਿਰ 3 ਗੁਣਾ ਵਧੀ ਨਾ 300 ਨਾ ਹੋਈ 300 ਗੁਣਾ ਵਧੀ ਜੀ ਮਤਲਬ 1800 ਹੋ ਗਈ। ਮੈਂ ਕਿਹਾ ਹਾਂਜੀ 1800 ਨਹੀਂ 300 ਗੁਣਾ 1800 ਕਰੋੜ ਵੀ ਨਾ ਜੀ 18 ਕਰੋੜ ਆ ਤੇ 6 ਕਰੋੜ ਭਰੇ ਸੀ ਤੇ 18 ਕਰੋੜ ਹੋਈ ਤੇ 3 ਗੁਣਾ ਵਧੀ ਨਾ 100 ਇੱਕ ਨੂੰ 100 ਗਿਣ ਲਓ 300 ਗੁਣਾ ਹੋ ਗਈ ਨਾ। ਚਲੋ ਠੀਕ ਹੈ ਦੈਟ ਵੇਜ਼ ਓਕੇ। ਸਾਡਾ ਮੈਥਮੈਟਿਕ ਕਮਜ਼ੋਰ ਆ ਜੀ ਮਾਫੀ ਚਾਹੁੰਦੇ ਆ ਆਪਾਂ ਸਿੰਘ ਨਹੀਂ ਫਸਾਉਣੇ ਅੱਜ। ਅਸੀਂ ਤਾਂ 2 ਦੂਣੀ 4 6 ਤੇ 18 ਪੜ੍ਹੀ ਆ ਤੁਸੀਂ 300 ਕਰੋੜ ਬਣਾ 300 ਗੁਣਾ ਬਣਾਤੀ ਆ ਤੇ ਉਹ ਵੱਖਰੀ ਗੱਲ ਆ ਬਈ ਉਹ ਤਾਂ 18000 ਬਣ ਗਈ। ਮੈਂ ਕਿਹਾ ਮੈਨੂੰ ਕੋ ਪਸੰਦ ਹੈ 18 ਕਰੋੜ ਦਾ 1800 ਥੋੜਾ ਬਣ ਸਕਦਾ। ਚਲੋ ਕੋਈ ਨਹੀਂ ਮਿਹਰਬਾਨੀ। ਹਾਂਜੀ ਪੱਟੀ ਸਾਹਿਬ। ਜੀ 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 ਦੇਖੋ ਜੀ ਜਿਹੜੀ ਇਹ ਤਾਂ ਇਨਕਮ ਟੈਕਸ ਵਾਲੇ ਜਾਣਦੇ ਉਹਨਾਂ ਨੇ ਕਿਉਂ ਨਹੀਂ ਪੁੱਛ ਪੜਤਾਲ ਕੀਤੀ ਕਿ ਜਿਹੜਾ ਚੋਣ ਕਮਿਸ਼ਨ ਉਹਨੂੰ ਕੋਈ ਲੈਣਾ ਦੇਣਾ ਚੱਲਣਾ ਹੈਗਾ। ਚੋਣ ਕਮਿਸ਼ਨ ਦਾ ਇਹ ਆ ਕਿ ਸਾਡੇ ਕੋਲੇ ਜਾਣਕਾਰੀ ਸਹੀ ਹੋਣੀ ਚਾਹੀਦੀ ਬਸ ਇਹ ਤੋਂ ਬਾਅਦ ਉਹਨਾਂ ਦਾ ਕੁਛ ਨਹੀਂ। ਜੇ ਕੋਈ ਜਾਣਕਾਰੀ ਦੀ ਗੜਬੜ ਕਰਦਾ ਤੇ ਫਿਰ ਚੋਣ ਕਮਿਸ਼ਨ ਕਾਰਵਾਈ ਕਰਦਾ ਅਦਰਵਾਈਜ਼ ਚੋਣ ਕਮਿਸ਼ਨ ਕੋਈ ਕਾਰਵਾਈ ਨਹੀਂ ਕਰਦਾ। ਵੌਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ 3 ਮਿੰਟ ਨੇ ਸਹਿਜਧਾਰੀ ਫੈਡਰੇਸ਼ਨ ਦੇ ਪ੍ਰਧਾਨ ਨੇ ਪਰਮਜੀਤ ਸਿੰਘ ਰਾਣੂ ਅਕਾਲ ਤਖਤ ਸਾਹਿਬ ਨੂੰ ਜਹੇਦਾਰ ਸਾਹਿਬ ਨੂੰ ਸਹਿਜਧਾਰੀ ਤੇ ਅੰਮ੍ਰਿਤਧਾਰੀ ਦਾ ਪਾੜਾ ਖਤਮ ਕਰਨ ਦੀ ਅਪੀਲ ਕੀਤੀ ਹੈ। ਕੀ ਕਹਿਣਾ ਚਾਹੋਗੇ? ਜੀ 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 ਜਿਹੜੀ ਗੱਲ ਕੀਤੀ ਰਾਣੂ ਸਾਹਿਬ ਨੇ ਜੀ ਪਹਿਲੀ ਗੱਲ ਤੇ ਰਾਣੂ ਸਾਹਿਬ ਆਪਣੀ ਸਹਿਜਧਾਰੀ ਫੈਡਰੇਸ਼ਨ ਦਾ ਪ੍ਰਧਾਨ ਹੋਣ ਦਾ ਜਿਹੜਾ ਉਹ ਦਮ ਭਰਦੇ ਨੇ
ਉਹ ਹਾਈ ਕੋਰਟ 'ਚ ਵੀ ਗਏ, ਸੁਪਰੀਮ ਕੋਰਟ 'ਚ ਵੀ ਗਏ। ਹਾਈ ਕੋਰਟ ਨੇ ਉਹਨਾਂ ਦੇ ਹੱਕ 'ਚ ਕੇਸ ਕਰਦਾ, ਜਦੋਂ ਸੁਪਰੀਮ ਕੋਰਟ 'ਚ ਗਿਆ ਸ਼੍ਰੋਮਣੀ ਕਮੇਟੀ ਦੇ ਖਿਲਾਫ ਚਲੀ ਗਈ ਤੇ ਉਹ ਉਸ ਤੋਂ ਬਾਅਦ ਬਕਾਇਦਾ ਤੌਰ ਤੇ ਕੇਂਦਰ ਸਰਕਾਰ ਨੇ ਜਿਹੜੀ ਐਕਟ 'ਚ ਅਮੈਂਡਮੈਂਟ ਕਰਕੇ ਇਹਨਾਂ ਨੂੰ ਖਾਰਜ ਕਰ ਦਿੱਤਾ ਕਿ ਸਹਿਜਧਾਰੀਆਂ ਨੂੰ ਵੋਟ ਦਾ ਅਧਿਕਾਰ ਨਹੀਂ। ਹੁਣ ਰਾਉ ਸਾਹਿਬ ਤੇ ਜਿਹੜੀ ਗੱਲ ਝੁਕਦੀ ਹੈ, ਸਹਿਜਧਾਰੀ ਦਾ ਮਕਸਦ ਇਹ ਹੁੰਦਾ ਜਿਹੜਾ ਸਹੀਏ ਸਿੱਖੀ ਵਾਲੇ ਪਾਸੇ ਹੁੰਦਾ ਹੈ, ਤੇ ਜਿਹੜਾ ਸਿੱਖੀ ਪਰਿਵਾਰ ਚੋਂ ਟੁੱਟ ਕੇ ਆਪਣੇ ਵਾਲ ਵੀ ਕਟਾਇਆ ਤੇ ਦਾੜਾ ਵੀ ਕਟਾਇਆ ਤੇ ਉਹਨੂੰ ਅਸੀਂ ਕਹਿ ਦਿੰਦੇ ਹਾਂ ਜੀ ਇਹ ਪਤਿਤ ਆ। ਪਹਿਲਾਂ ਤੇ ਇਹਦਾ ਫੈਸਲਾ ਜਹਦਰ ਤੋਂ ਕਰਾ ਲੈਂਦਾ ਜੀ ਮੈਂ ਸਹਿਜਧਾਰੀ ਆ ਕਿ ਮੈਂ ਪਤਿਤ। ਅੱਛਾ, ਪਤਿਤ ਨੂੰ ਕੋਈ ਅਧਿਕਾਰ ਨਹੀਂ ਜਾ ਕੇ ਉੱਥੇ ਆਪਣੀ ਇਹੋ ਜਿਹੀ ਫਰਿਆਦ ਕਰ ਸਕਦਾ। ਅੱਛਾ। ਹੁਣ ਉਹ ਦਮ ਭਰਦਾ ਵੀ ਮੈਂ ਸਹਿਜਧਾਰੀ ਫੈਡਰੇਸ਼ਨ ਦਾ ਪ੍ਰਧਾਨ ਤੇ ਏਕਤਾ ਦੀ ਗੱਲ ਕੀਤੀ ਜਥੇਦਾਰ ਨੇ ਕਿ ਸਾਰੇ ਇਕੱਠੇ ਹੋ ਜਾਓ, ਇੱਕ ਹੋ ਜਾਓ ਤੇ ਫਿਰ ਸਾਨੂੰ ਨਾਲ ਜੋੜ ਲਓ, ਸਾਡੇ ਨਾਲ ਵੀ ਗੱਲ ਕਰੋ। ਅੰਮ੍ਰਿਤਧਾਰੀ ਤੇ ਸਹਿਜਧਾਰੀ ਦੋਵਾਂ ਨੂੰ ਬਿਠਾ ਕੇ ਜੇ ਇਹਨਾਂ ਦੇ ਜ਼ਿਲ੍ਹੇ ਚਿੱਟੇ ਦੂਰ ਕਰਕੇ ਤੇ ਇਕੱਠਿਆ ਕਰੋ ਤੁਸੀਂ। ਉਹਨਾਂ ਨੇ ਇਹ ਅਪੀਲ ਕੀਤੀ ਜਥੇਦਾਰ ਖਾਲਸਾ ਤੇ ਜਿਹੜੇ ਸਹਿਜਧਾਰੀ ਤੇ ਪਤਤ ਦੀ ਜਿਹੜੀ ਵਿਆਖਿਆ ਤੁਸੀਂ ਦੱਸੀ ਹੈ, ਤੇ ਜਿਹੜੀਆਂ ਮਾਫ ਕਰਨਾ ਸਾਰੀਆਂ ਨਹੀਂ ਮੇਰੀਆਂ ਭੈਣਾਂ ਤੇ ਸਾਰੇ ਵੀਰ ਜਿਹੜੇ ਅੰਮ੍ਰਿਤਧਾਰੀ ਹੁੰਦੇ ਤੇ ਬੀਬੀਆਂ ਨੇ ਭਰਵੱਟੇ ਬਣਾਏ ਹੁੰਦੇ ਆ, ਤੇ ਬੀਬੀ ਜਗੀਰ ਕੌਰ ਵਾਂਗੂ ਪਹਿਲਾਂ ਜਦੋਂ ਪ੍ਰਧਾਨ ਬਣੀ ਸੀ ਉਦੋਂ ਚਿਹਰਾ ਕੁਝ ਹੋਰ ਤੇ ਬਾਅਦ ਦੇ ਵਿੱਚ ਚਿਹਰਾ ਕੁਝ ਹੋਰ, ਉਹ ਕਿਸ ਕੈਟਾਗਰੀ ਚ ਆਉਂਦੇ ਆ? ਬਸ ਉਹ ਸਿਆਸੀ ਕੈਟਾਗਰੀ ਚ ਆਉਂਦੇ ਆ ਜੀ, ਜਿਸ ਦੀ ਰਾਜਨੀਤੀ ਵੈਸੇ ਨਾ ਏਦਾਂ ਨਹੀਂ ਸਰਨਾ, ਏਦਾਂ ਨਹੀਂ ਸਰਨਾ। ਫਿਰ ਇਤਿਹਾਸ ਸਾਨੂੰ ਇਤਿਹਾਸ ਮਾਫ ਨਹੀਂ ਕਰੂਗਾ। ਨਹੀਂ ਮੈਂ ਤੁਹਾਨੂੰ ਦੱਸਾਂ ਬਕਾਇਦਾ ਤੌਰ ਤੇ ਕਈ ਜਥੇਬੰਦੀਆਂ ਨੇ ਇਤਰਾਜ਼ ਕੀਤਾ ਸੀ ਆਹ ਬੀਬੀ ਜਗੀਰ ਕੌਰ ਦੀ ਪਹਿਲਾਂ ਦੀ ਤਸਵੀਰ ਹੈ ਤੇ ਇਹ ਬਾਅਦ ਦੀ ਤਸਵੀਰ। ਤੁਹਾਨੂੰ ਹੀ ਪਤਾ ਇਸ ਗੱਲ ਦਾ, ਲੇਕਿਨ ਜਥੇਦਾਰ ਨੇ ਕੋਈ ਨੋਟਿਸ ਨਹੀਂ ਲਿਆ ਸੀ। ਉਹ ਜਥੇਦਾਰ ਦੀ ਜਿਹੜੀ ਸੀ ਉਹ ਕਹਿ ਦੀ ਆਪਾਂ ਜਿਹੜੀ ਉਹਦੀ ਉਹਨੂੰ ਜਿਹੜੀ ਸੇਵਾ ਫਲ ਦੇਣ ਵਾਲੀ ਸੀ, ਉਹਦੇ ਪ੍ਰਧਾਨ ਸੀ, ਕਿਉਂ ਜਥੇ ਬਸ ਇਹੀ ਸਾਡੀ ਕਮਜ਼ੋਰੀ ਆ। ਸਾਨੂੰ ਤਾਂ ਹੀ ਉਹ ਜਥੇਦਾਰ ਕਹਿੰਦਾ ਵੀ ਜਥੇਦਾਰ ਕਮਜ਼ੋਰ ਆ ਭਾਈ, ਅਕਾਲੀ ਫੂਲਾ ਸਿੰਘ ਵਾਲਾ ਫੈਸਲਾ ਕਰੋ। ਬਸ ਲੋਕ ਤੁਹਾਡੇ ਨਾਲ ਖੜਨ ਨੂੰ ਤਿਆਰ ਨੇ ਬਿਲਕੁਲ, ਲੇਕਿਨ ਨਹੀਂ ਕਰੋਗੇ ਤੇ ਫਿਰ ਠੀਕ ਜਿਵੇਂ ਚੱਲਦਾ ਚੱਲੀ ਜਾਣਗੇ ਜੀ। ਚਲੋ ਪਾਟਿਲ ਸਾਹਿਬ ਇਹੀ ਕਾਰਨ ਹੈ ਕਿ ਅੱਜ ਦਸਤਾਰਧਾਰੀ ਵੀ ਇੱਕ ਪ੍ਰੀਚ ਬਣਦਾ ਹੈ, ਉਹਨੂੰ ਵੇਖ ਕੇ ਦੂਜੇ ਜਿਹੜੇ ਨੇ ਉਹ ਆਪਣਾ ਧਰਮ ਤਬਦੀਲ ਕਰ ਰਹੇ ਨੇ। ਇਹੀ ਕਾਰਨ ਹੈ ਕਿ ਕੇਸ ਕੀ ਸਜਾ ਕੇ ਵੀ ਕੁਝ ਔਰਤਾਂ ਦਾ ਬਹਿਰੂਪੀਆ ਰੂਪ ਜਿਹੜਾ ਹੈ ਉਹ ਦਿਖਾਇਆ ਜਾਂਦਾ, ਉਹ ਪ੍ਰੀਚ ਬਣਦੀਆਂ ਨੇ, ਪ੍ਰਚਾਰਕ ਬਣਦੀਆਂ ਨੇ ਤੇ ਉੱਥੇ ਬੀਬੀਆਂ ਪ੍ਰਭਾਵਿਤ ਹੁੰਦੀਆਂ ਨੇ। ਇਹੀ ਕਾਰਨ ਹੈ ਕਿ ਤੁਸੀਂ ਮਾਫ ਕਰਨਾ, ਮੈਂ ਕਈ ਥਾਵਾਂ ਤੇ ਵੇਖਿਆ, ਮੈਂ ਕਿਸੇ ਸੰਸਥਾ ਦਾ ਨਾਂ ਨਹੀਂ ਲੈਣਾ ਚਾਹੁੰਦਾ, ਪਤੀ ਪੂਰਾ ਅੰਮ੍ਰਿਤਧਾਰੀ ਗੁਰਸਿੱਖ ਆ, ਉਹ ਕਿੰਨਾ ਕੁ ਗੁਰਸਿੱਖ ਆ ਰੱਬ ਜਾਣਦਾ ਕਿ ਉਹਦੀ ਪਤਨੀ ਨੇ ਭਰਵੱਟੇ ਬਣਵਾਏ ਹੋਏ ਨੇ ਤੇ ਉੱਤੋਂ ਦੀ ਸ੍ਰੀ ਸਾਹਿਬ ਵੀ ਪਾਇਆ ਹੁੰਦਾ ਠੋਕ ਕੇ, ਤੇ ਭਰਵੱਟੇ ਨਵੇਂ ਬਿਊਟੀ ਪਾਰਲਰ ਤੋਂ ਦੇ ਕੇ ਪੈਸੇ ਆਈ ਹੁੰਦੀ ਉਹ। ਸ੍ਰੀ ਤਰਨਤਾਰਨ ਸਾਹਿਬ ਮੈਂ 2000 ਮੈਂ ਜਿਹੜੀ ਵਿਆਖਿਆ ਕੀਤੀ ਹੈ ਮਰਿਆਦਾ ਮੁਤਾਬਕ ਕੀਤੀ, ਮੈਂ ਉਦਾਂ ਦੀ ਵਿਆਖਿਆ ਕੀਤੀ ਜੋ ਸਾਡੀ ਮਰਿਆਦਾ ਕੀਤੀ ਦੇ ਮੁਤਾਬਕ ਕੀਤੀ। ਮੈਂ 2 ਫਰਵਰੀ 1992 ਨੂੰ ਛੱਡਿਆ ਪੰਜਾਬ, ਤੇ ਉਦੋਂ ਪਹਿਲਾਂ ਜਦੋਂ ਵੀਜ਼ਾ ਆ ਗਿਆ ਸੀ, ਚਲੋ ਹਾਲਾਤ ਇਹੋ ਜਿਹੇ ਸੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਦੋਂ ਪਹਿਲਾਂ ਸ੍ਰੀ ਤਰਨਤਾਰਨ ਸਾਹਿਬ ਮੱਥਾ ਟੇਕਣ ਗਏ, ਤੇ ਜਿਹੜੀ ਦਰਸ਼ਨੀ ਡਿਊਟੀ ਦੀ ਰਾਤ ਨੂੰ ਕਾਰ ਸੇਵਾ ਕੀਤੀ ਸੀ ਨਾ ਬਾਬਿਆਂ ਨੇ, ਉਸ ਦਰਸ਼ਨੀ ਡਿਊਟੀ ਤੇ ਵੱਡਾ ਸਾਰਾ ਇੱਕ ਬੋਰਡ ਲੱਗਾ ਹੁੰਦਾ ਸੀ ਰੋਮਾਂ ਦੀ ਵੀ ਬੇਦਬੀ ਬਾਰੇ, ਵੀ ਭਾਈ ਤੁਸੀਂ ਆਪਣੀ ਮਰਜ਼ੀ ਨਾਲ ਆਪਣੇ ਸਰੀਰ ਤੋਂ ਇੱਕ ਅੰਗ ਵੀ ਬੀਬੀ ਜਾਂ ਬੰਦੇ ਨੇ ਜਾਂ ਕਿਸੇ ਨੇ ਪੁੱਟ ਲਿਆ ਆਪਣੀ ਮਰਜ਼ੀ ਨਾਲ ਆਪਣੀ ਸੁੰਦਰਤਾ ਵਧਾਉਣ ਵਾਸਤੇ, ਤੁਸੀਂ ਕਲੀਨ ਸ਼ੇਵ ਵਰਗੇ ਬੰਦੇ ਵਰਗੇ ਹੋ, ਜਿੱਦਾਂ ਦਾ ਮੈਂ ਬੈਠਾ ਦਾੜੀ ਮੁੱਛਾਂ ਮੁੰਨ ਕੇ। ਤੁਸੀਂ ਸਿੱਖ ਨਹੀਂ ਖਵਾ ਸਕਦੇ, ਤੁਸੀਂ ਪਤਤ ਸਿੱਖ ਹੋ। ਇੱਕ ਪਤਤ ਸਿੱਖ ਅੰਮ੍ਰਿਤਧਾਰੀ, ਚਾਹੇ ਪਤਤ ਸਿੱਖ ਆ ਤੇ ਚਾਹੇ ਪਤਤ ਅੰਮ੍ਰਿਤਧਾਰੀ ਪਤਨੀ ਆ, ਉਹਨਾਂ ਦਾ ਜੋੜ ਵੀ ਗੁਰੂ ਮਰਿਆਦਾ ਦੇ ਮੁਤਾਬਕ ਨਹੀਂ ਹੈ। ਮਾਫ ਕਰਨਾ ਜੇ ਕਿਸੇ ਨੂੰ ਬੁਰਾ ਲੱਗਾ ਹੋਵੇ ਤੇ ਮਾਫੀ ਦਾ ਜਾਚਗਾ। ਸਾਡੀਆਂ ਬੀਬੀਆਂ ਭਰਵੱਟੇ ਤੇ ਪੂਰੇ ਠੋਕ ਕੇ ਬਿਊਟੀ ਪਾਰਲਰ ਤੇ ਜਾ ਕੇ ਤੇ ਬਿਊਟੀਸ਼ੀਅਨ ਤੇ ਪੈਸੇ ਖਰਚ ਕੇ ਆਉਂਦੇ, ਪਤੀ ਪੂਰਾ ਅੰਮ੍ਰਿਤਧਾਰੀ ਹੁੰਦਾ ਨਾ। ਬੱਚਿਆਂ ਨੂੰ ਵੀ ਸਿੱਖਿਆ ਉਹੋ ਜਿਹੀ ਦਿੱਤੀ ਹੁੰਦੀ ਹੈ। ਉਹ ਤੇ ਵੇਖਦੇ, ਉਹ ਜਦੋਂ ਪੜ੍ਹਦੇ ਆ ਇੰਗਲਿਸ਼ ਦੇ ਵਿੱਚ ਸਟੱਡੀ ਕਰਦੇ ਹੋ, ਕਹਿੰਦੇ ਆਪਣਾ ਤਾਂ ਬੂਥਾ ਵੇਖ ਲਓ ਪਹਿਲਾਂ। ਬਿਲਕੁਲ ਜੀ ਬਿਲਕੁਲ। ਅੰਦਰੋਂ ਅਸੀਂ ਖੋਖਲੇ ਆ, ਗੱਲਾਂ ਵੱਡੀਆਂ ਨੇ।
जी जी ਭੁੱਲ ਚੁੱਕਾਂ ਦੀ ਮਾਫੀ। ਇੰਜੋਏ ਕਰੋ। ਸਤਿ ਸ੍ਰੀ ਅਕਾਲ। शुक्रिया, थैंक यू। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।